ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ। ਰੁਤੀ ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਰ ਬੰਦਨ ਪ੍ਰਭ ਪਾਰ ਬ੍ਰਹਮ, ਬਾਛੋ ਸਾਧ ਹੈ ਧੂਰ। ਆਪ ਨਿਵਾਰ ਹਰ ਹਰ ਭਜੋ, ਨਾਨਕ ਪ੍ਰਭ ਭਰਪੂਰ। ਕਰ ਬੰਦਨ ਪ੍ਰਭ ਪਾਰ ਬ੍ਰਹਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕੈ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜਿਵੇਂ 12 ਮਹੀਨਿਆਂ 15 ਸਿੱਤਾਂ ਦੁਆਰਾ ਉਪਦੇਸ਼ ਪਿੱਛੇ ਬਖਸ਼ਿਆ ਹੈ, ਇਸੇ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦੇ ਤਾਈਂ ਰੁਤੀ ਸ਼ਲੋਕ। 6 ਰੁੱਤਾਂ ਨਾਮੇ ਬਾਣੀ ਉਚਾਰ ਕੇ ਇਹ ਪਵਿੱਤਰ ਸ਼ਲੋਕਾਂ ਦੇ ਰਾਹੀਂ ਗੁਰੂ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਇੱਕ ਅਦੁੱਤੀ ਪਰਮੇਸ਼ਰ ਹੈ ਓੰਕਾਰ, ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਜੋ ਕਿ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਹੀ ਪ੍ਰਾਪਤ ਹੁੰਦਾ ਹੈ। ਕਰ ਬੰਦਨ ਪ੍ਰਭ ਪਾਰ ਬ੍ਰਹਮ। ਇਹ ਭਾਈ ਪੁੰਨਾਂ ਤੇ ਪਾਪਾਂ ਤੋਂ ਪਰੇ ਵਿਆਪਕ ਸਮਰੱਥ ਪਰਮੇਸ਼ਰ ਨੂੰ ਦੋਵੇਂ ਪ੍ਰਤੱਖ ਹੱਥ ਜੋੜ ਕੇ ਜਾਂ ਮਨਬੁੱਧ ਰੂਪ ਹੱਥ ਜੋੜ ਕੇ ਤੇ ਨਮਸਕਾਰ ਕਰੋ। ਮਹਾਰਾਜ ਕਹਿੰਦੇ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਹਰੀ ਪਰਮੇਸ਼ਰ ਨੂੰ ਬੰਦਨਾ ਕਰੋ ਤੇ ਗੋਪਾਲ ਰਾਜੇ ਦੇ ਗੁਣ ਗਾਉਣਾ ਕਰੋ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਮਸਕਾਰ ਡੰਡੌਤ ਬੰਦਨਾ ਹਰ ਜਾਉ ਬਾਰੇ, ਬਾਛੋ ਸਾਧ ਹੈ ਧੂਰ। ਨਮਸਕਾਰ ਵੀ ਵਾਹਿਗੁਰੂ ਜੀ ਨੂੰ ਕਰੋ ਅਤੇ ਉਸ ਵਾਹਿਗੁਰੂ ਦਾ ਨਾਮ ਜਪਣ ਵਾਲੇ ਜੋ ਸਾਧ ਸ੍ਰੇਸ਼ ਜਨ ਹਨ ਜੀਓ। ਇਉਂ ਜਦ ਗੁਰਾਂ ਦੁਆਰਾ ਪ੍ਰਭੂ ਦੇ ਗੁਣਾਂ ਨੂੰ ਉਚਾਰਨ ਕਰੀਏ ਤਦ ਸ਼ੋਭਾ ਵਾਲੇ ਹੋ ਜਾਈਦਾ ਹੈ। ਇਹ ਪਿਆਰੇ ਜੀਓ, ਗੁਣ ਰੰਗ ਰਾਤੇ ਧਨ ਤੇ ਜਨ। ਸੋ ਸਾਧ ਸੰਗਤ ਜੀਓ, ਜੋ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਜਿਹੜੇ ਗੁਣ ਹਨ, ਸਤ, ਸੰਤੋਖ, ਧੀਰਜ, ਦਇਆ, ਧਰਮ, ਵਿਚਾਰ, ਇਹ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਣਾਂ ਦੇ ਰੰਗ ਪ੍ਰੇਮ ਦੇ ਵਿੱਚ
ਜਿਹੜੇ ਰੰਗੇ ਹੋਏ ਹਨ, ਉਹ ਪੁਰਖ ਜਿਹੜੇ ਹਨ ਉਹ ਧਨਤਾ ਦੇ ਯੋਗ ਹਨ। ਜਿਨੀ ਇੱਕ ਮਨ ਧਿਆਇਆ, ਸਹਿਤ ਗਿਆਨ ਫਲ ਦੇ ਹੋ ਗਿਆ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਜਿਨ੍ਹਾਂ ਨੇ ਵਿਧਾਤਾ ਫਲ ਪ੍ਰਦਾਤਾ ਕਾਲ ਪੁਰਖ ਨੂੰ ਸੰਤਰਾ ਕੀਤਾ ਹੈ। ਸੰਤ ਸਾਈਂ ਕੇ ਲਾਡਲੇ, ਸੰਤ ਸਾਈਂ ਕੇ ਪੂਤ, ਸੰਤ ਨਾ ਹੋਤੇ ਜਗਤ ਮੇ, ਵਿਧਾਤਾ ਜਾਤਾ ਹੂਤ। ਸੋ ਜਿਨ੍ਹਾਂ ਨੇ ਮਾਲਕ ਨੂੰ ਸੰਤਰਾ ਕੀਤਾ ਹੈ, ਜਿਹੜਾ ਬੱਚਿਆਂ ਵਾਲਾ ਹੋਵੇ ਉਹਨੂੰ ਸੰਤਰਾ ਕਹਿੰਦੇ ਨੇ। ਪਰਮਾਤਮਾ ਸੰਤਾਂ ਰੂਪੀ ਪੁੱਤਰਾਂ ਦੇ ਸਹਿਤ ਹੈ। ਸੋ ਜਿਨ੍ਹਾਂ ਸੰਤਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਮਨੁੱਖਾ ਜਨਮ ਹੋਇਆ ਹੈ। ਆਇਆ ਤਿਨ ਕਾ ਸਫਲ ਭਾਇਆ ਹੈ, ਇੱਕ ਮਨ ਜਿਨੀ ਤੇ ਆਇਆ। ਜਿਨੀ ਸੋ ਪ੍ਰਭ ਪਾਇਆ, ਜਿਨ੍ਹਾਂ ਨੇ ਸੋ ਉਸ ਅਕਾਲ ਪੁਰਖ ਪਰਮੇਸ਼ਰ ਦੇ ਤਾਈਂ ਪਾ ਲਿਆ ਹੈ। ਬੇਨਤੀ ਪੂਰਵਕ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਅਸੀਂ ਤਾਂ ਉਸ ਪਰਮੇਸ਼ਰ ਦੇ ਨਾਮ ਨੂੰ ਹੀ ਸਿਮਰ ਕੇ ਯਾਦ ਕਰਕੇ ਜਿਉਂਦੇ ਹਾਂ। ਜਨਮ ਮਰਨ ਰਹੰਤ ਜਿਉ, ਜੋ ਜੰਮਣ ਮਰਨ ਤੋਂ ਰਹਿਤ ਹੈ, ਜਾਂ ਜੋ ਸਿਮਰਨ ਕਰਨ ਵਾਲਿਆਂ ਨੂੰ ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਹੈ ਜੀ। ਸ਼ਲੋਕ ਇਹ ਗੁਰੂ ਸਾਹਿਬ ਜੀ ਦੂਸਰਾ ਸ਼ਲੋਕ ਉਚਾਰਨ ਕਰ ਰਹੇ ਹਨ। ਉਦਮ ਅਗਮ ਅਗੋਚਰੋ, ਅਗਮ ਜੋ ਮਨ ਦੀ ਗਮਤਾ ਤੋਂ ਰਹਿਤ ਹੈ, ਤੇ ਅਗੋਚਰੋ ਅਸ਼ੁੱਧ ਮਨ ਕਰਕੇ ਜਿਸ ਦੀ ਗਮਤਾ ਨਹੀਂ ਪਾਈ ਜਾਂਦੀ, ਅਤੇ ਅਗੋਚਰੋ ਇੰਦਰੀਆਂ ਦੇ ਵਿਸ਼ੇ ਹੈ। ਹੱਥ ਉਹਨੂੰ ਪਕੜ ਨਹੀਂ ਸਕਦੇ, ਅੱਖਾਂ ਉਹਨੂੰ ਦੇਖ ਨਹੀਂ ਸਕਦੀਆਂ, ਪੈਰ ਉਹਦੇ ਕੋਲ ਚੱਲ ਕੇ ਨਹੀਂ ਜਾ ਸਕਦੇ। ਉਸ ਦੀ ਪ੍ਰਾਪਤੀ ਵਾਸਤੇ ਪਾਤਸ਼ਾਹ ਕਹਿੰਦੇ ਉਦਮ ਕਰੋ ਭਾਈ, ਯਤਨ ਕਰੋ। ਉਦਮ ਕਰ ਹਰ ਜਾਪਣਾ, ਵਡ ਭਾਗੀ ਤਨ ਖਾਟ। ਸੰਤ ਸੰਗ ਹਰ ਸਿਮਰਨ, ਮਲ ਜਨਮ ਜਨਮ ਕੀ ਕਾਟ। ਚਰਨ ਕਮਲ ਨਮਸਕਾਰ, ਹਰ ਉਸ ਦੇ ਪੂਜਨੀਕ ਚਰਨ ਕਮਲਾਂ ਪਰ ਨਮਸਕਾਰ। ਡੰਡੋਤ ਬੰਦਨਾ, ਅਨਕ ਬਾਰ ਜਿਉ ਬਾਰ ਨਮਸਕਾਰ ਕਰੋ। ਕਥਨੀ ਸਾ ਤੁਧ ਭਾਵਸੀ, ਸੋ ਹੇ ਪਰਮੇਸ਼ਰ, ਜੇਕਰ ਕਥਾ ਕਰਨ ਵਾਲੇ ਦੇ ਹਿਰਦੇ ਅੰਦਰ ਨਾਨਕ ਨਾਮ ਆਧਾਰ, ਸਤਿਗੁਰੂ ਮਹਾਰਾਜ ਕਥਨ ਕਰਦੇ ਤੇਰੇ ਨਾਮ ਦਾ ਆਸਰਾ ਹੋਵੇ, ਉਹ ਵਿਆਖਿਆਕਾਰ, ਉਹ ਕਥਾ ਕੀਤੀ ਹੋਈ ਸਫਲੀ ਹੈ। ਉਹੀ ਕਥਾਕੜ ਤੈਨੂੰ ਪ੍ਰਮਾਣ ਹੈ। ਉਹੀ ਕਥਾ ਤੇਰੇ ਦਰ ਤੇ ਪ੍ਰਮਾਣ ਚੜ੍ਹਦੀ ਹੈ, ਉਹੀ ਸਫਲੀ ਹੈ। ਜੇ ਕਰਨ ਵਾਲੇ ਦੇ ਹਿਰਦੇ ਵਿੱਚ ਤੇਰੇ ਨਾਮ ਦਾ ਆਸਰਾ ਟਿਕਿਆ ਹੋਵੇ, ਔਰ ਉਹੀ ਤੁਧ ਭਾਵ ਸੀ, ਤੈਨੂੰ ਤਿੰਨੇ ਕਰਨਾ ਚਾਹੀਦੀ ਹੈ। ਜਾਂ ਸਰੂਪ ਲਖਣਾ ਵਾਲੀ, ਤਟਸਥੀ ਲਖਣਾ ਵਾਲੀ ਕਥਾ ਤੈਨੂੰ ਭਾਉਂਦੀ ਚੰਗੀ ਲੱਗਦੀ ਹੈ। ਸੰਤ ਸਰਣ ਸਾਜਨ ਪਰਹੋ, ਇਹ ਪਿਆਰੇ ਸੱਜਣੋ, ਆਨੰਦ ਸਰੂਪ ਦੀ ਪ੍ਰਾਪਤੀ ਵਾਲੇ, ਸਾਸ ਗਰਾਸ ਨਾਮ ਜਪਣ ਵਾਲੇ ਜੋ ਸੰਤ ਮਹਾਤਮਾ ਜਨ ਨੇ, ਉਹਨਾਂ ਮਹਾਤਮਾ ਜਨਾਂ ਦੀ ਓਟ ਦੇ ਵਿੱਚ ਪੈਣਾ ਕਰੋ। ਸੁਆਮੀ ਸਿਮਰ ਅਨੰਤ, ਹਰ ਉਹਨਾਂ ਦੀ ਸ਼ਰਨ ਵਿੱਚ ਪੈ ਕੇ ਅੰਤ ਤੋਂ ਰਹਿਤ ਮਾਲਕ ਪਰਮੇਸ਼ਰ ਨੂੰ ਸਿਮਰਨਾ ਕਰੋ। ਸੂਕੇ ਤੇ ਹਰਿਆ ਥੀਆ, ਸੋ ਉਹ ਸੁੱਕੇ ਤੋਂ ਹਰਿਆ ਹੋ ਗਿਆ ਹੈ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ,
ਜੋ ਅਵਗੁਣਾਂ ਦੇ ਨਾਲ ਸੁੱਕਾ ਪਿਆ ਸੀ, ਸੋ ਸ਼ੁਭ ਗੁਣਾਂ ਦੇ ਨਾਲ ਹਰਾ ਭਰਾ ਹੋ ਗਿਆ ਹੈ। ਨਾਨਕ ਜਪ ਭਗਵੰਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਭਗਵੰਤ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਉਹਨਾਂ ਦਾ ਸ਼ੁਭ ਗੁਣਾਂ ਦੀ ਹਰਿਆਵਲਤਾ ਵੱਲੋਂ ਸੁੱਕਾ ਹੋਇਆ ਮਨ ਸੁੱਕੇ ਤੋਂ ਸ਼ਰਧਾ ਪ੍ਰੇਮ ਰੂਪੀ ਲੱਗਦਾ, ਕਰੁਣਾ ਮੁਦਤਾ ਮੈਤਰੀ ਉਪੇਖਿਆ ਰੂਪ ਅੰਕੜੀਆਂ ਤੇ ਸਤ ਸੰਦੋਖ ਦੇ ਪੱਤਰਿਆਂ ਸਹਿਤ ਹਰਾ ਭਰਾ ਹੋ ਗਿਆ ਹੈ। ਸ਼ਾਂਤ ਸ਼ਾਂਤ ਕਾਵਿ ਤੇ ਸੰਗੀਤ ਨੂੰ ਮਿਲਾ ਕੇ ਵਾਹਿਗੁਰੂ ਦਾ ਜਸ ਕਰ ਰਹੇ ਹਨ। ਰੁੱਤ ਸਰਸ ਬਸੰਤ ਮਾਹਾ ਸੋ ਸਹਿਤ ਰਸ ਅਦਕਤਾ ਦੀ ਸਹਿਤ ਬਸੰਤ ਰੁੱਤ ਦੇ ਵਿੱਚ ਚੇਤ ਵੈਸਾਖ ਸੁਖ ਮਾਸ ਜਿਓ ਚੇਤਰ ਅਤੇ ਵੈਸਾਖ ਦਾ ਮਹੀਨਾ ਇਹ ਪਿਆਰੇ ਜੀਓ ਆਨੰਦਦਾਇਕ ਹੁੰਦਾ ਹੈ। ਇਸੇ ਪ੍ਰਕਾਰ ਰੁੱਤ ਸਰਸ ਬਸੰਤ ਮਾਹਾ ਸ਼ੌਂਕ ਅਵਸਥਾ ਰੂਪ ਬਸੰਤ ਰੁੱਤ ਸਹਿਤ ਗਿਆਨ ਜਾਂ ਆਨੰਦ ਪੈਦਾ ਕਰਨ ਵਾਲੀ ਹੈ, ਜਾਂ ਬਸੰਤ ਦੀ ਨਿਆਈ ਪਰਮੇਸ਼ਰ ਜਿਸ ਅਵਸਥਾ ਰੂਪ ਰੁੱਤ ਵਿੱਚ ਹਿਰਦੇ ਅੰਦਰ ਵਸ ਜਾਂਦਾ ਹੈ, ਉਹ ਸਹਿਤ ਰਸ ਦੇ ਹੈ। ਚੇਤ ਵੈਸਾਖ ਸੁਖ ਮਾਸ ਜਿਓ ਇਸ ਲਈ ਮਨੁੱਖਾ ਜਨਮ ਰੂਪ ਚੇਤ ਦੇ ਮਹੀਨੇ ਵਿੱਚ ਪਰਮੇਸ਼ਰ ਨੂੰ ਚੇਤਨਾ ਕਰੋ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਸ਼ਨ ਸ਼ਨ ਯੋਧ ਬੇਹਾਤ ਹੈ, ਫੂਟੈ ਘਟ ਜਿਉ ਬਾਣੀ ਵੈ ਸਾਖ ਵੈ ਉਹ ਜੋ ਸਾਰਿਆਂ ਦਾ ਸਾਖ ਸਾਖੀ ਰੂਪ ਹੈ, ਜਿਸ ਕਰਕੇ ਮਾਸ ਸਰੀਰ ਸੁਖ ਦੇ ਸਹਿਤ ਹੁੰਦਾ ਹੈ। ਹਰ ਜੀਓ ਨਾਹੁ ਮਿਲਿਆ ਜਿਨ੍ਹਾਂ ਨੂੰ ਪਤੀ ਹਰੀ ਪਰਮੇਸ਼ਰ ਜੀ ਆਪ ਮਿਲਿਆ ਪ੍ਰਾਪਤ ਹੋ ਗਿਆ ਹੈ। ਮੌਲਿਆ ਮਨ ਤਨ ਸਾਸ ਜਿਓ ਇਹ ਪਿਆਰੇ ਜੀਓ ਉਹਨਾਂ ਦਾ ਮਨ ਹਿਰਦਾ ਤੇ ਤਨ ਸਰੀਰ ਤੇ ਸਵਾਸ ਵੀ ਮੌਲਿਆ ਪ੍ਰਫੁੱਲਤ ਹੋਇਆ ਹੈ। ਘਰ ਨਾਹੁ ਨਿਹਚਲ ਆਨੰਦ ਸਖੀਏ ਇਹ ਸੰਤ ਮਹਾਤਮਾ ਰੂਪ ਸਖੀਏ ਸਹੇਲੀਓ, ਜਿਨ੍ਹਾਂ ਦੇ ਅੰਤਿਕਰਨ ਰੂਪੀ ਘਰ ਦੇ ਵਿੱਚ ਅਚਲ ਸਰੂਪ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋਇਆ ਹੈ। ਚਰਨ ਕਮਲ ਪ੍ਰਫੁੱਲਿਆ ਉਹਨਾਂ ਦਾ ਚਿੱਤ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਪ੍ਰਫੁੱਲਤ ਹੋ ਗਿਆ ਹੈ, ਜਾਂ ਉਹਨਾਂ ਦਾ ਚਿੱਤ ਅਧਿਸ਼ਠਾਨ ਸਰੂਪ ਦੇ ਕਮਲਵਤ ਨਿਰਲੇਪ ਸੁਖ ਸਰੂਪ ਨੂੰ ਪਾ ਕੇ ਪ੍ਰਫੁੱਲਤ ਖਿੜ ਗਿਆ ਹੈ। ਸੁੰਦਰ ਸੁਗੜ ਸੁਜਾਨ ਬੇਤਾ ਜੋ ਸਾਚੇ ਦਾ ਆਨੰਦ ਸਰੂਪ ਹੋਣ ਕਰਕੇ ਸੁੰਦਰ ਸੋਹਣਾ ਹੈ, ਸੁਗੜ ਸ੍ਰੇਸ਼ਟ ਕਾਰਤਾ ਨੂੰ ਘੜਨ ਵਾਲਾ ਹੈ, ਸੁਜਾਨ ਅੰਤਰਜਾਮੀ ਅਤੇ ਬੇਤਾ ਸਭ ਕੁਝ ਜਾਣਨ ਵਾਲਾ ਹੈ, ਜਾਂ ਸਾਰੇ ਵੇਦਾਂ ਸ਼ਾਸਤਰਾਂ ਦਾ ਜਾਣੂ ਹੈ। ਗੁਣ ਗੋਵਿੰਦ ਅਮੁੱਲਿਆ ਉਸ ਗੋਬਿੰਦ ਪਰਮੇਸ਼ਰ ਦੇ ਗੁਣ ਬੜੇ ਅਮੋਲਕ ਹਨ। ਇਸੇ ਪ੍ਰਕਾਰ ਸੁੰਦਰ ਸੁਗੜ ਸੁਜਾਨ ਬੇਤਾ ਉਹ ਭਗਤੀ ਦੇ ਸਹਿਤ ਹੋਣ ਕਰਕੇ ਸੁੰਦਰ ਹੈ। ਦੇਵੀ ਗੁਣਾਂ ਦੀਆਂ ਸ੍ਰੇਸ਼ਟ ਘਾਟਤਾ ਨੂੰ ਘੜਨ ਵਾਲੇ ਵਿਵਹਾਰ
ਜੇ ਲਖ ਯਤਨ ਕਰਾਏ। ਕਾਮਣੀ ਹੈਬਰ ਗੈਬਰ ਬਹੁ ਦਾਨ ਦਾ ਤਾਰਾ, ਤੇ ਅੰਨ ਬਸਤਰ ਭੂਮ ਬੋ ਅਰਪੇ ਨ ਮਿਲੀਐ ਹਰ ਦੁਆਰ। ਹਰ ਕੀਰਤ ਤਤ ਸਿਧਾਂਤ ਦਾ ਬਚਨ ਕੀਤਾ ਹੈ ਕਿ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ। ਜਿਸ ਪੁਰਬ ਲਿਖੀ ਕਾ ਲਹਿਣਾ ਤੀਰੋ ਸੇਵਕ ਇਹ ਰੰਗ ਮਾਤਾ। ਭਇਓ ਕਿਰਪਾਲ। ਤੇ ਮਹਾਰਾਜ ਨੇ ਆਖਿਆ ਹਰ ਹਰ ਕੀਰਤਨ ਇਹੋ ਮਨ ਰਾਤਾ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਜਿਹੜੇ ਕਰਮ ਨੇ, ਕਿਰਿਆ ਆਦਿਕ ਜੋ ਵੀ ਦੁਨਿਆਵੀ ਕਿਰਿਆ ਕਰਮ ਹਨ, ਇਹਨਾਂ ਨਾਲ ਮਨ ਦਾ ਭਰਮ ਨਹੀਂ ਜਾਂਦਾ। ਮਨ ਦਾ ਭਰਮ ਸੰਗਤ ਕਰਨ ਦੇ ਨਾਲ, ਵਾਹਿਗੁਰੂ ਦਾ ਨਾਮ ਜਪਣ ਦੇ ਨਾਲ, ਗੁਰੂ ਦਾ ਸ਼ਬਦ ਸਰਵਣ ਕਰਨ ਦੇ ਨਾਲ ਹੀ, ਸ਼ਬਦ ਦਾ ਅਭਿਆਸ ਕਰਨ ਦੇ ਨਾਲ ਹੀ ਜਾਂਦਾ ਹੈ। ਨਹੀਂ ਤਾਂ ਕਿੰਨੀ ਹੀ ਸ੍ਰਿਸ਼ਟੀ ਕਰਤੀ ਕਰਮ ਅਨੇਕ, ਅਨੇਕਾਂ ਹੀ ਕਰਮ ਕਰਦੀ ਥੱਕ ਕੇ ਹੰਭ ਕੇ ਤੁਰ ਗਈ ਹੈ। ਸੰਚਿਤ ਕਰਮ, ਕਿਰੇ ਮਹਾਨ ਕਰਮ, ਪ੍ਰਾਲਬਧ ਕਰਮ, ਨਿਤ ਨਿਮਿਤ ਪ੍ਰਾਸ਼ਚਿਤ ਆਦਿ ਕਰਮਾਂ ਨੂੰ ਕਰਦੀ ਹੋਈ ਸਾਧ ਸੰਗਤ ਦੇ ਮਨ ਭਰਮ ਹੋਈ। ਕਰਤੀ ਕਰਮ ਅਨੇਕ, ਸੰਗਤ ਕੀਤੇ ਤੋਂ ਬਿਨਾਂ ਭਰਮ ਦੇ ਵਿੱਚ ਭਰਮ ਦੀ ਅਨੇਕਾਂ ਕਰਮ ਕਰਦੀ ਹੋਈ ਮਰ ਗਈ ਹੈ ਤੇ ਮਰ ਰਹੀ ਹੈ। ਕੋਮਲ ਬੰਧਨ ਬਾਧਿਆ, ਸੋ ਕੋਮਲ ਬੰਧਨ ਬਾਂਦੀਆਂ ਹੰਗਤਾ ਰੂਪੀ ਨਰਮ ਬੰਧਨਾਂ ਦੇ ਵਿੱਚ ਬੰਨੀ ਹੋਈ ਹੈ। ਮਤਲਬ ਹੰਗਤਾ ਦਾ ਬੰਧਨ ਇਹੋ ਜਿਹਾ ਨਰਮ ਹੈ, ਉਹਦਾ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਬੰਦਾ ਬੱਝ ਜਾਂਦਾ ਹੈ। ਛੋਟੇ ਛੋਟੇ ਬੱਚੇ ਜਦ ਆਵਾਜ਼ਾਂ ਮਾਰਦੇ ਨੇ, ਬੰਦਾ ਮੋਹ ਦੇ ਵਿੱਚ, ਆਪਣੱਤ ਦੇ ਵਿੱਚ ਬੱਝ ਜਾਂਦਾ ਕਿ ਮੇਰਾ ਬੱਚਾ ਹੈ। ਤੋ ਇਸ ਤਰ੍ਹਾਂ ਉਹ ਸਮਝ ਲਓ ਮੋਹਣੀ ਮੰਤਰ ਪੜ੍ਹਦੇ ਨੇ ਜਿਹਦੇ ਨਾਲ ਬੰਦਾ ਮੋਹਿਆ ਜਾਂਦਾ। ਇਉਂ ਹੰਗਤਾ ਦਾ ਬੰਧਨ ਹੈ ਤੇ ਬੜਾ ਕੋਮਲ, ਪਰ ਜਿਹੜਾ ਰੱਸਾ ਭਾਵੇਂ ਰੇਸ਼ਮ ਦਾ ਹੈ ਤੇ ਭਾਵੇਂ ਸੰਗਲ ਲੋਹੇ ਦਾ ਹੈ, ਬੰਧਨ ਦਾ ਬੰਧਨ ਹੀ ਹੈ ਇਨਸਾਨ। ਸੋ ਨਰਮ ਬੰਧਨਾਂ ਦੇ ਵਿੱਚ ਬੰਨਿਆ ਹੋਇਆ ਸਾਰੀ ਸ੍ਰਿਸ਼ਟੀ ਇਹ ਹਉਮੈ ਦੇ ਨਰਮ ਬੰਧਨ 'ਚ ਬੱਝੀ ਹੋਈ ਹੈ। ਨਾਨਕ ਕਰਮ ਹੈ ਲੇਖ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਕਰਮਾਂ ਦਾ ਐਸਾ ਲੇਖ ਹੈ, ਕਰ ਹੱਥਾਂ ਦੇ ਵਿੱਚ ਐਸਾ ਹੀ ਲੇਖ ਹੈ, ਉਹਦੇ ਅਨੁਸਾਰ ਹੀ ਸ੍ਰਿਸ਼ਟੀ ਧੀਆਂ ਪੁੱਤਰਾਂ ਆਦਿਕ ਦੇ ਮੋਹ ਦੇ ਵਿੱਚ ਜਾਂ ਹੰਗਤਾ ਰੂਪੀ ਨਰਮ ਬੰਧਨਾਂ 'ਚ ਬੰਨੀ ਹੋਈ ਹੈ। ਜੋ ਭਾਣੇ ਸੇ ਮੇਲਿਆ, ਜਿਹੜੇ ਪ੍ਰੀਮਾ ਭਗਤੀ ਵਾਲੇ ਪੁਰਖ ਪਰਮੇਸ਼ਰ ਦਾ ਭਾਣਾ ਮੰਨਦੇ ਨੇ ਜਾਂ ਹੁਕਮ ਦੇ ਵਿੱਚ ਚੱਲਦੇ ਨੇ ਜਾਂ ਜੋ ਪਰਮੇਸ਼ਰ ਨੂੰ ਭਾ ਗਏ ਨੇ, ਉਹਨਾਂ ਨੂੰ ਤਿੰਨਾਂ ਲੋਕਾਂ ਵਿੱਚੋਂ ਆਪਣੇ ਨਾਲ ਵਾਹਿਗੁਰੂ ਨੇ ਮਿਲਿਆ ਹੈ। ਵਿਛੋੜੇ ਵੀ ਆਪ, ਅਤੇ ਮਨਮੁਖ ਪੁਰਖਾਂ ਨੂੰ ਆਪ ਹੀ ਆਪਣੇ ਸਰੂਪ ਵੱਲੋਂ ਵਿਛੋੜਨਾ ਕੀਤਾ ਹੈ। ਨਾਨਕ ਪ੍ਰਭ ਸਰਣਾਗਤੀ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਉਹ ਵਾਹਿਗੁਰੂ ਦੀ ਓਟ ਦੇ ਵਿੱਚ ਆ ਕੇ ਪ੍ਰਾਪਤ ਹੋਏ ਹਨ। ਜਾ ਕਾ ਵੱਡ ਪ੍ਰਤਾਪ, ਜਿਸ ਵਾਹਿਗੁਰੂ ਦਾ ਬਹੁਤ ਵੱਡਾ ਤੇਜ ਪ੍ਰਭਾਵ ਹੈ। ਸ਼ੰਤ ਸ਼ੰਦ ਸ਼ਬਦ ਉਚਾਰ ਰਹੇ ਹਨ। ਗ੍ਰੀਖਮ ਰੁੱਤ ਅਤ ਗਾਖੜੀ, ਪਹਿਲਾਂ ਚੇਤ ਤੇ ਵਿਸਾਖ ਵਾਲੀ ਬਸੰਤ ਰੁੱਤ ਸੀਗੀ ਤੇ ਹੁਣ ਜੇਠ ਤੇ ਹਾੜ ਵਾਲੀ ਗ੍ਰੀਖਮ ਰੁੱਤ ਹੈ। ਇਹ ਪਿਆਰੇ ਜੀ ਆ ਹੁਣ ਗਰਮੀ ਦੀ ਅਤਿਅੰਤ ਕਠਿਨ ਰੁੱਤ ਆ ਗਈ ਹੈ। ਜੇਠ ਅਖਾੜੈ ਘਾਮ ਜਿਓ, ਕਿਉਂਕਿ ਜੇਠ ਦੇ ਹਾੜ ਵਿੱਚ ਬੜੀ ਧੁੱਪ ਹੁੰਦੀ ਹੈ। ਇਸੇ ਪ੍ਰਕਾਰ ਗ੍ਰੀਖਮ ਰੁੱਤ ਅਤ ਗਾਖੜੀ, ਕਲਯੁਗ ਰੂਪ ਗਰਮੀ ਦੀ ਰੁੱਤ ਅਤਿਅੰਤ ਕਠਿਨ, ਕਰੜੀ ਤੇ ਭਿਆਨਕ ਹੈ। ਜੇਠ ਅਖਾੜੈ ਘਾਮ ਜਿਓ, ਜਿਸ ਵਿੱਚ ਜੇਠ ਮਹੀਨੇ ਦੀ ਤਰ੍ਹਾਂ ਧਰਮ ਰਾਜਾ ਤੇ ਹਾੜ ਦੇ ਮਹੀਨੇ ਦੀ ਤਰ੍ਹਾਂ
ਤ੍ਰਿਸ਼ਨਾ ਆਦਿਕ ਦੇ ਭਖ ਲਾਉਂਦਾ ਹੈ ਅਤੇ ਅਗਿਆਨ ਰੂਪੀ ਸੂਰਜ ਰਾਗ ਦੁਐਖ ਰੂਪ ਕਿਰਨਾਂ ਕਰਕੇ ਤ੍ਰਿਸ਼ਨਾ ਰੂਪ ਧੁੱਪ ਨੂੰ ਪ੍ਰਕਾਸ਼ ਰਿਹਾ ਹੈ। ਪ੍ਰੇਮ ਵਿਸ਼ੋਹ ਦੁਹਾਗਣੀ। ਜਿਨ੍ਹਾਂ ਦਾ ਵਾਹਿਗੁਰੂ ਦੇ ਪ੍ਰੇਮ ਵੱਲੋਂ ਵਿਛੋੜਾ ਹੋ ਗਿਆ ਹੈ ਉਹ ਛੁੱਟਰ ਇਸਤਰੀ ਦੀ ਤਰ੍ਹਾਂ ਹੋ ਕੇ ਜੂਨਾਂ ਦੇ ਵਿੱਚ ਭਰਮਦੇ ਫਿਰਦੇ ਹਨ। ਇਸੇ ਪ੍ਰਕਾਰ ਪ੍ਰੇਮ ਵਿਸ਼ੋਹ ਦੁਹਾਗਣੀ। ਜਿਨ੍ਹਾਂ ਛੁੱਟੜਾਂ ਨੂੰ ਪਰਮੇਸ਼ਰ ਦੇ ਪ੍ਰੇਮ ਦਾ ਵਿਛੋੜਾ ਹੈ ਉਹ ਸੋ ਵਾਹਿਗੁਰੂ ਤੋਂ ਵਿਛੜੇ ਰਹਿੰਦੇ ਨੇ। ਦ੍ਰਿਸ਼ਟ ਨਾ ਕਰੀ RAM ਜੀਓ। ਇਸ ਕਰਕੇ ਇਹ ਪਿਆਰੇ ਜੀ ਉਹਨਾਂ ਉੱਤੇ ਰਾਮ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਹੋਈ ਨਹੀਂ ਕੀਤੀ ਹੈ। ਨਹਿ ਦ੍ਰਿਸ਼ਟ ਆਵੈ ਮਰਤ ਹਾਵੈ। ਉਹਨਾਂ ਨੂੰ ਅਗਿਆਨ ਕਾਰਨ ਪਰਮੇਸ਼ਰ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ। ਉਹ ਵਿਸ਼ਿਆਂ ਦੇ ਵਿੱਚ ਹੀ ਮਰਦੀਆਂ ਰਹਿੰਦੀਆਂ ਨੇ ਜਾਂ ਪ੍ਰਭੂ ਦੇ ਵਿਛੋੜੇ ਵਿੱਚ ਸੋ ਹਾਵੈ ਹੋ ਕੇ ਲੈਂਦੀਆਂ ਹੀ ਮਰ ਜਾਂਦੀਆਂ ਨੇ। ਮਹਾ ਗਰਭ ਮੁਠੀਆ। ਉਹ ਪਦਾਰਥਾਂ ਸਾਧਨਾਂ ਦੇ ਮਹਾਂ ਬੜੇ ਗਰਭ ਅਹੰਕਾਰ ਦੇ ਵਿੱਚ ਹੀ ਲੁੱਟੀਆਂ ਗਈਆਂ ਹਨ। ਜਲ ਬਾਹਰ ਮਛਲੀ ਤੜਫੜਾਵੈ। ਜਿਵੇਂ ਜੇਠ ਤੇ ਹਾੜ ਦੇ ਮਹੀਨੇ 'ਚ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ ਇਸੇ ਪ੍ਰਕਾਰ ਜਲ ਬਾਜ ਮਛਲੀ ਤੜਫੜਾਵੈ। ਪ੍ਰੇਮ ਰੂਪੀ ਜਲ ਤੋਂ ਬਿਨਾਂ ਜੀਵ ਰੂਪ ਮੱਛੀ ਤੜਫਦੀ ਹੈ ਤਿਵੇਂ ਹੀ ਜੀਵ ਰੂਪ ਇਸਤਰੀਆਂ ਜਿਹੜੀਆਂ ਹਨ ਸੰਗ ਮਾਇਆ ਰੁਠੀਆਂ। ਉਹਨਾਂ ਦੀ ਬਿਰਤੀ ਮਾਇਆ ਦੇ ਨਾਲ ਲੱਗਣੇ ਕਰਕੇ ਵਾਹਿਗੁਰੂ ਦੇ ਵੱਲੋਂ ਰਸੀ ਹੋਈ ਹੈ ਜਾਂ ਮਾਇਆ ਦੀ ਸੰਗਤ ਕਰਕੇ ਤ੍ਰਿਸ਼ ਅੱਗ ਦੇ ਵਿੱਚ ਰੁਠੀਆ ਜਲਦੀ ਹੈ ਭਾਵ ਤੜਫਦੀ ਹੈ। ਕਰ ਪਾਪ ਜੋਨੀ ਭੈ ਭੀਤ ਹੋਈ। ਉਹਨਾਂ ਦੀ ਪਾਪ ਮੰਦ ਕਰਮ ਕਰਨੇ ਕਰਕੇ ਜੂਨਾਂ ਦੇ ਚ ਭਰਮਦਿਆਂ ਜਿੰਦ ਪੈ ਭੀਤ ਭੈ ਦੇ ਸੰਯੁਕਤ ਡਾਕਲ ਹੋ ਰਹੀ ਹੈ। ਪੈ ਡਰ ਦੇ ਵਿੱਚ ਪੈ ਕੇ ਭੀਤ ਕੰਧ ਦੀ ਤਰ੍ਹਾਂ ਜੜ ਹੋ ਰਹੀ ਹੈ। ਦੇ ਸਾਸਨ ਜਾਮ ਜੀਓ। ਇਸੇ ਕਰਕੇ ਹੀ ਪਿਆਰੇ ਜੀ ਯਮਦੂਤ ਉਹਨਾਂ ਨੂੰ ਸ਼ਾਸਨ ਤਾੜ ਨਾ ਦਿੰਦਾ ਹੈ ਸ਼ਾਸਨ ਸਜ਼ਾ ਦਿੰਦਾ ਹੈ। ਬਿਨਵੰਤ ਨਾਨਕ ਓਟ ਤੇਰੀ। ਬੇਨਤੀ ਪੂਰਵਕ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ ਮੈਨੂੰ ਤਾਂ ਇੱਕ ਤੇਰੀ ਹੀ ਟੇਕ ਓਟ ਹੈ। ਰਾਖ ਪੂਰਨ ਕਾਮ ਜੀਓ। ਇਹ ਸਾਰੇ ਕਾਰਜਾਂ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਜੀ ਸਾਡੀ ਲੋਕ ਪਰਲੋਕ ਦੇ ਵਿੱਚ ਪੱਤ ਰੱਖ ਲਵੋ ਜਾਂ ਹੇ ਪਰਮੇਸ਼ਰ ਜੀ ਸਾਡੀ ਸਰੂਪ ਪ੍ਰਾਪਤੀ ਦੀ ਕਾਮਨਾ ਪੂਰੀ ਕਰੋ ਅਤੇ ਲੋਕ ਪਰਲੋਕ ਵਿੱਚ ਇੱਜ਼ਤ ਰੱਖਣਾ ਕਰੋ ਜੀ। ਇੱਥੇ ਪੈਸਾ ਕਮਾਉਣਾ ਸੌਖਾ ਹੈ ਪਰ ਇੱਜ਼ਤ ਕਮਾਉਣੀ ਬੜੀ ਔਖੀ ਹੈ। ਸ਼ਲੋਕ ਇਹ ਚੌਥਾ ਸ਼ਲੋਕ ਉਚਾਰਨ ਕਰ ਰਹੇ ਹਨ। ਸਰਦਾ ਲਾਗੀ ਸੰਗ ਪ੍ਰੀਤਮੈ। ਪਿਆਰੇ ਸਤਿਗੁਰਾਂ ਜਾਂ ਪਰਮੇਸ਼ਰ ਦੇ ਨਾਲ ਜਿਸ ਦੀ ਸ਼ਰਧਾ ਲੱਗੀ ਹੋਈ ਹੈ ਇੱਕ ਤਿਲ ਰਹਿਣ ਨਾ ਜਾਏ। ਉਹਦੇ ਪਾਸੋਂ ਗੁਰਾਂ ਜਾਂ ਪਰਮੇਸ਼ਰ ਤੋਂ ਵਿਛੜ ਕੇ ਇੱਕ ਤਿਲ ਰਤਾ ਜਿੰਨਾ ਸਮਾਂ ਵੀ ਰਿਹਾ ਨਹੀਂ ਜਾ ਸਕਦਾ। ਮਨ ਤਨ ਅੰਤਰ ਰਵ ਰਹੇ। ਉਹ ਹਰ ਵਕਤ ਮਨ ਹਿਰਦੇ ਤੇ ਤਨ ਸਰੀਰ ਦੇ ਅੰਦਰ ਪ੍ਰਭੂ ਦਾ ਨਾਮ ਉਚਾਰਨ ਕਰਦੇ ਰਹਿੰਦੇ ਹਨ। ਨਾਨਕ ਸਹਿਜ ਸੁਭਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇਸੇ ਕਰਕੇ ਉਹਨਾਂ ਦਾ ਸੁਤੇ ਸਿੱਧ ਸ੍ਰੇਸ਼ਟ ਜੀਵਨ ਬਣ ਗਿਆ ਹੈ ਜਾਂ ਉਹ ਇਹ ਜਾਣਦੇ ਨੇ ਕਿ ਹਰ ਵਕਤ ਪਰਮੇਸ਼ਰ ਮਨ ਤੇ ਤਨ ਦੇ ਅੰਦਰ ਵਿਆਪਕ ਹੋ ਰਿਹਾ। ਇਸੇ ਕਰਕੇ ਉਹਨਾਂ ਦੇ ਹਿਰਦੇ ਅੰਦਰ
ਉਸ ਗਿਆਨ ਸਰੂਪ ਦਾ ਸੁਤੇ ਸਿੱਧੇ ਸ੍ਰੇਸ਼ ਪ੍ਰਕਾਸ਼ ਹੋਇਆ ਹੈ। ਕਰ ਗਹਿਲਿਨੀ ਸਾਜਨ ਹੈ। ਸੱਜਣ ਸਤਿਗੁਰਾਂ ਨੇ ਪ੍ਰਭੂ ਨੇ ਸਾਡੇ ਮਨ ਰੂਪ ਹੱਥ ਨੂੰ ਪਕੜ ਕੇ ਬਿਰਤੀ ਬ੍ਰਹਮਾਕਾਰ ਕਰਕੇ ਆਪਣੇ ਵਿੱਚ ਲੀਨ ਕਰ ਲਈ ਹੈ। ਇਸੇ ਪ੍ਰਕਾਰ ਕਰ ਗਹਿਲਿਨੀ ਸਾਜਨ ਹੈ। ਮਨ ਦੀ ਬਿਰਤੀ ਪਕੜ ਕੇ ਆਪਣੇ ਵਿੱਚ ਲੀਨ ਕਰ ਲਈ ਹੈ। ਜਨਮ ਜਨਮ ਕੇ ਮੀਤ। ਜੋ ਸਤਿਗੁਰੂ ਜੀ ਪਰਮੇਸ਼ਰ ਜੀ ਜਨਮਾਂ ਜਨਮਾਤਰਾਂ ਦੇ ਮਿੱਤਰ ਨੇ, ਜਾਂ ਜੋ ਸਤਿਗੁਰੂ ਜੀ ਜਨਮਾਂ ਜਨਮਾਤਰਾਂ ਦੇ ਵਿਛੜਿਆਂ ਦੀ ਸਹਾਇਤਾ ਕਰਨ ਵਾਲੇ ਸਾਡੇ ਮਿੱਤਰ ਹਨ, ਉਹਨਾਂ ਨੇ ਸਾਡੀ ਬਿਰਤੀ ਆਪਦੀ ਮਨ ਰੂਪ ਹੱਥ ਵਿੱਚ ਪਕੜ ਕੇ ਆਪਣੇ ਸਰੂਪ 'ਚ ਲੀਨ ਕਰ ਲਈ ਹੈ। ਚਰਨ ਹੈ ਦਾਸੀ ਕਰ ਲਈ। ਗੁਰਾਂ ਨੇ ਆਪਣੇ ਚਰਨਾਂ ਕਮਲਾਂ ਦੀ ਸਾਡੀ ਬਿਰਤੀ ਦਾਸੀ ਟਹਿਲਣ ਕਰ ਲੈਣਾ ਕੀਤੀ ਹੈ। ਨਾਨਕ ਪ੍ਰਭ ਹਿਤ ਚੀਤ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ, ਇਸ ਕਰਕੇ ਸਾਡੇ ਚਿੱਤ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਪ੍ਰੇਮ ਲੱਗਿਆ ਹੋਇਆ, ਜਾਂ ਪ੍ਰਭੂ ਚਿੰਤਨ ਵਿੱਚ ਸਾਡਾ ਹਿਤ ਲੱਗਿਆ ਹੋਇਆ ਹੈ। ਸ਼ੰਤ ਸ਼ੰਤ ਵਾਹਿਗੁਰੂ ਦੇ ਜਸ ਵਾਲੀ ਬਾਣੀ ਛੰਦ ਸ਼ਬਦ ਉਚਾਰ ਰਹੇ ਹਨ। ਦੋ ਦੋ ਸ਼ਲੋਕ ਨੇ, ਇੱਕ ਇੱਕ ਛੰਦ ਆ ਰਿਹਾ ਹੈ। ਰੁੱਤ ਬਰਸ ਸੁਹੇਲੀਆ। ਵਰਸ ਵਰਖਾ ਦੀ ਵਰਸਣ ਵਾਲੀ ਰੁੱਤ ਬੜੀ ਹੀ ਸ਼ੋਭਨੀਕ ਹੁੰਦੀ ਹੈ। ਸਾਵਣ ਭਾਦਵੇ ਆਨੰਦ ਜਿਓ। ਸਾਉਣ ਤੇ ਭਾਦਰੋਂ ਦੇ ਮਹੀਨਿਆਂ ਵਿੱਚ ਵਰਖਾ ਦੀ ਵਰਸਣ ਕਰਕੇ ਆਨੰਦ ਖਿੜਿਆ ਰਹਿੰਦਾ ਹੈ। ਹੇ ਪਿਆਰੇ ਜੀਓ, ਇਸੇ ਪ੍ਰਕਾਰ ਰੁੱਤ ਬਰਸ ਸੁਹੇਲੀਆ। ਮਾਇਆ ਰੂਪੀ ਵਰਖਾ ਵਾਲੀ ਰੁੱਤ ਨੂੰ ਮਨਮੁਖ ਲੋਕਾਂ ਨੇ ਸੁਖਦਾਇਕ ਮੰਨਿਆ ਹੋਇਆ ਹੈ। ਮਾਇਆ ਦੀ ਵਰਖਾ ਹੁੰਦੀ ਰਹੇ, ਕਹਿੰਦੇ ਬੜਾ ਰੱਬ ਨੇ ਸੁੱਖ ਦਿੱਤਾ ਹੈ, ਕਿਉਂਕਿ ਇਸ ਵਰਖਾ ਵਾਲੀ ਰੁੱਤ ਵਿੱਚ ਮੋਹ ਦੇ ਬਦਲਾਂ ਵਿੱਚੋਂ ਪਦਾਰਥਾਂ ਰੂਪੀ ਪਾਣੀ ਜੋ ਵਰਸਦਾ ਹੈ, ਪਦਾਰਥਾਂ ਦੇ ਨਾਲ ਮਾਲੋ ਮਾਲ ਰਹਿੰਦਾ ਹੈ। ਪਰ ਜਿਹੜੀ ਮਾਇਆ ਹੈ, ਇਹ ਵਰਖਾ ਉਹਨਾਂ ਦੇ ਘਰਾਂ ਵਿੱਚ ਕਰਦੀ ਹੈ ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਕੋਈ ਪੁੰਨ ਹੁੰਦੇ ਨੇ। ਜੇ ਪੁੰਨ ਨਾ ਹੋਣ ਫਿਰ ਮਾਇਆ ਲੱਖ ਯਤਨ ਕਰਨ ਦੇ ਬਾਵਜੂਦ ਵੀ ਹੱਥ ਨਹੀਂ ਆਉਂਦੀ। ਜੇ ਮਾੜੇ ਕਰਮ ਆ ਜਾਣ ਫਿਰ ਹੱਥ ਵਿੱਚ ਆਈ ਆਈ ਗਵਾਚ ਜਾਂਦੀ ਹੈ। ਇਉਂ ਬੰਦਾ ਜਿਹੜਾ ਮਾਇਆ ਧਾਰੀ ਹੈ, ਪਦਾਰਥਾਂ ਵਾਲਾ ਹੈ, ਉਹ ਆਪਦੇ ਪੁੰਨਾਂ ਨੂੰ ਖਾਈ ਜਾ ਰਿਹਾ ਹੈ, ਖਤਮ ਕਰੀ ਜਾ ਰਿਹਾ ਹੈ। ਜੇਕਰ ਉਹ ਅੱਗੇ ਵਾਸਤੇ ਕੋਈ ਪੁੰਨ ਨਹੀਂ ਕਰਦਾ, ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ, ਸਭ ਤੋਂ ਵੱਡਾ ਪੁੰਨ ਹੈ ਸੁਖਮਨੀ ਸਾਹਿਬ ਦਾ ਪਾਠ। ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। 24,000 ਸਵਾਸ ਬੰਦੇ ਦੇ ਇੱਕ ਦਿਨ ਦੇ ਵਿੱਚ 24 ਘੰਟਿਆਂ ਵਿੱਚ ਗੁਜ਼ਰਦੇ ਨੇ। ਕਹਿੰਦੇ ਨੇ 24,000 ਸਵਾਸ ਬੰਦੇ ਦੇ ਆਮਦ ਮੂਲ ਨਾ ਥੀਵੇ। ਖਰਚਾ 24,000 ਹੈ, ਆਮਦਨ ਕੋਈ ਕੀਤੀ ਨਹੀਂ ਹੈ। ਅਤੇ ਜਿਹੜਾ ਜੱਟ ਆਪਦੀ ਜ਼ਮੀਨ ਦੇ ਵਿੱਚ ਖੇਤੀ ਨਾ ਬੀਜੇ, ਬੀਜ ਨਾ ਬੀਜੇ, ਇਹ ਬੱਤਰ ਹੈ। ਅਤੇ ਜੇ ਉਹ ਨਾਮ ਦਾ ਬੀਜ ਨਹੀਂ ਬੀਜਿਆ, ਅੱਗੇ ਭੁੱਖ ਲੱਗੀ ਤੂੰ ਕੀ ਖਾਵੇਗਾ। ਹੁਣ ਬੱਤਿਆ ਹਰ ਨਾਮ ਨਾ ਬੀਜੀ ਅੱਗੇ ਭੁੱਖਾਂ ਗਿਆ ਖਾਏ। ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਮਨਮੁੱਖ ਜੰਮਦੇ ਮਰਦੇ ਰਹਿੰਦੇ ਨੇ, ਵਾਹਿਗੁਰੂ ਨੂੰ ਪਤਾ ਨਹੀਂ ਇਹੀ ਪਾਉਂਦਾ ਹੈ। ਤੋ ਇਸ ਵਾਸਤੇ ਜਿਹੜਾ